ਅੱਜ ਦਾ ਆਪਣਾ ਟੌਪਿਕ ਹੈ DHTML। HTML ਦੀ ਫੁੱਲ ਫਾਰਮ ਕੀ ਸੀ ਆਪਣੀ? ਹਾਂਜੀ, HTML means hypertext markup language, D means dynamic। ਹੁਣ DHTML ਦਾ ਕੀ ਪਰਪਸ ਹੈ ਇੱਥੇ, ਜਾਂ ਕੀ ਮਤਲਬ ਹੈ ਇਸ ਪਾਰਟ ਦੇ ਵਿੱਚ? ਜੇ ਆਪਾਂ ਦੇਖੀਏ ਜਿਹੜਾ DHTML ਹੈ, HTML ਤਾਂ ਉਹੀ ਚੀਜ਼ ਹੀ ਹੈ, D ਦਾ ਮਤਲਬ ਇੱਥੇ ਕੀ ਆ ਗਿਆ? ਡਾਇਨਮਿਕ। ਹੁਣ ਦੋ ਟਰਮਸ ਬਹੁਤ ਜ਼ਿਆਦਾ ਯੂਜ਼ ਹੁੰਦੀਆਂ, ਇੱਕ ਸਟੈਟਿਕ, ਇੱਕ ਡਾਇਨਮਿਕ। ਪ੍ਰੋਗਰਾਮਿੰਗ ਦੇ ਵਿੱਚ ਸਟੈਟਿਕ ਬੇਸਿਕਲੀ ਹੁੰਦਾ ਫਿਕਸ ਦੇ ਲਈ, ਜੋ ਚੀਜ਼ ਸਾਡੀ ਫਿਕਸ ਹੈ ਉਹ ਸਟੈਟਿਕ ਹੈ। ਡਾਇਨਮਿਕ ਜੋ ਫਲੈਕਸੀਬਲ ਹੋਵੇ ਜਾਂ ਜਿਸ ਨੂੰ ਆਪਾਂ ਚੇਂਜ ਕੀਤਾ ਜਾ ਸਕਦਾ, ਠੀਕ ਹੈ ਨਾ। ਦੋ ਟਰਮਸ, ਸਟੈਟਿਕ ਮੈਮਰੀ, ਡਾਇਨਮਿਕ ਮੈਮਰੀ, ਠੀਕ ਹੈ ਨਾ, ਜੋ ਵੀ ਆਪਾਂ ਪੜ੍ਹਦੇ ਆ ਰਹੇ ਹਾਂ ਜੋ ਟਰਮਸ। ਜੇ ਆਪਾਂ ਕਹੀਏ ਜਿਹੜਾ HTML ਹੈ, HTML 'ਚ ਬੇਸਿਕਲੀ ਸਟੈਟਿਕ ਪੇਜਿਸ ਬਣਦੇ ਆ, ਹੈ ਨਾ। ਡਾਇਨਮਿਕ ਦੇ D ਦਾ ਮਤਲਬ ਕੀ ਆ ਗਿਆ? ਡਾਇਨਮਿਕ, DHTML। ਹੁਣ ਜਿਹੜੀ ਡਾਇਨਮਿਕ HTML ਹੈ ਆਪਣੀ, ठीक है ना, जो अपना डायनेमिक HTML है, DHTML स्टैंड्स फॉर डायनेमिक हाइपरटेक्स्ट मार्कअप लैंग्वेज। ਹੁਣ ਜਿਹੜੀ DHTML ਹੈ ਇਹ ਆਪ ਕੋਈ ਲੈਂਗੁਏਜ ਨਹੀਂ ਹੈ, ਇਹ ਕੋਈ ਪ੍ਰੋਗਰਾਮਿੰਗ ਲੈਂਗੁਏਜ ਨਹੀਂ ਹੈ DHTML, ਠੀਕ ਹੈ ਨਾ। ਇਹ ਤਾਂ ਇੱਕ ਟਰਮ ਹੈ, ਇਟ ਇਜ਼ ਅ ਟਰਮ ਦੈਟ ਕੰਬਾਈਨ ਦਾ ਫੀਚਰਸ ਆਫ ਵੇਰੀਅਸ ਵੈਬ ਡਿਵੈਲਪਮੈਂਟ ਟੈਕਨੀਕਸ। ਮਤਲਬ DHTML ਆਪਣੇ ਆਪ ਦੇ ਵਿੱਚ ਕੋਈ ਲੈਂਗੁਏਜ ਨਹੀਂ ਹੈ, ਇਹ ਤਾਂ ਇਕੱਲੀ ਟੈਕਨੀਕ ਹੈ, ਇੱਕ ਸਟੈਂਡਰਡਸ ਦੀ ਕੁਝ ਟੈਕਨੀਕਸ ਹੈ ਜਿਹਨੂੰ ਆਪਾਂ ਕੰਬਾਈਨ ਕਰ ਲਿਆ, ਠੀਕ ਹੈ ਨਾ। ਕਿਸ ਦੇ ਲਈ? ਟੂ ਕ੍ਰੀਏਟ ਡਾਇਨਮਿਕ ਵੈਬ ਪੇਜਸ। ਡਾਇਨਮਿਕ ਮਤਲਬ ਇੰਟਰੈਕਟਿਵ। ਹੁਣ ਅਗਰ ਆਪਾਂ ਗੱਲ ਕਰੀਏ, ਸਿੰਪਲ ਕਹੀਏ ਆਪਾਂ, DHTML ਕੀ ਹੈ? DHTML ਰੈਫਰ ਟੂ ਦਾ ਵੈਬ ਪੇਜਸ ਦੈਟ ਮੂਵ, ਐਨੀਮੇਟ ਔਰ ਰਿਸਪੌਂਡ ਟੂ ਦਾ ਯੂਜ਼ਰ, ਠੀਕ ਹੈ ਨਾ। ਯੂਜ਼ਰ ਦੇ ਅਕੋਰਡਿੰਗ ਰਿਸਪੌਂਡ ਕਰਦਾ ਹੈ। ਇਸ ਦੇ ਨਾਲ ਇੱਕ ਚੀਜ਼ ਹੋਰ ਆਪਾਂ ਬੋਲ ਸਕਦੇ ਹਾਂ, ਆਫਟਰ ਡਾਊਨਲੋਡਿੰਗ ਟੂ ਦਾ ਬਰਾਊਜ਼ਰ। ਆਫਟਰ ਡਾਊਨਲੋਡਿੰਗ ਟੂ ਦਾ ਬਰਾਊਜ਼ਰ ਦਾ ਮਤਲਬ ਕੀ ਹੈ? ਆਫਟਰ ਡਾਊਨਲੋਡਿੰਗ ਟੂ ਦਾ ਬਰਾਊਜ਼ਰ। ਹੁਣ ਰਿਸਪੌਂਡ ਤਾਂ ਆਪਣਾ HTML ਜੋ ਹੈ ਉਹ ਕਰਦਾ ਨਹੀਂ, ਹੈ ਨਾ। ਜਿਵੇਂ ਆਪਾਂ ਕਹਿੰਦੇ HTML ਇੱਕ ਸਟੈਟਿਕ ਹੈ, ਹੁਣ DHTML ਦੇ ਨਾਲ ਕੀ ਹੁੰਦਾ? ਉਹ ਰਿਸਪੌਂਡ ਕਰ ਸਕਦਾ ਆਫਟਰ ਡਾਊਨਲੋਡਿੰਗ ਟੂ ਦਾ ਬਰਾਊਜ਼ਰ। ਮਤਲਬ ਸਾਡਾ ਪੇਜ ਸਾਡੇ ਬਰਾਊਜ਼ਰ ਤੇ ਆ ਗਿਆ, ਮਤਲਬ ਸਾਨੂੰ ਸਰਵਰ ਦੀ ਜ਼ਰੂਰਤ ਨਹੀਂ ਹੈ ਉਸ ਨੂੰ ਰਿਫਰੈਸ਼ ਕਰਨ ਦੇ ਲਈ, ਉਹਦੇ ਵਿੱਚ ਕੁਝ ਚੇਂਜਸ ਕਰਨ ਦੇ ਲਈ। ਉਹ DHTML ਦੇ ਥਰੂ ਆਪਾਂ ਕੁਝ ਮਾਈਨਰ ਚੇਂਜਸ ਕਰ ਸਕਦੇ ਹਾਂ। ਕਲੀਅਰ ਹੈ ਨਾ। ਜਿਵੇਂ ਸਪੋਜ਼ ਆਪਾਂ ਸਿੰਪਲ ਐਗਜ਼ਾਮਪਲ ਬਣਾ ਰਹੇ ਹਾਂ, ਆਪਾਂ HTML ਦੀ ਗੱਲ ਕਰੀਏ, HTML ਦੇ ਵਿੱਚ ਆਪਾਂ ਕੋਈ ਲੌਜਿਕ ਨਹੀਂ ਲਗਾ ਸਕਦੇ। ਸਿੰਪਲ ਜਿਹੀ ਗੱਲ ਆਪਾਂ ਦੇਖ ਲਈਏ, ਮਤਲਬ ਜੇ ਅਗਰ ਮੈਂ ਕਹਾਂ ਵੀ ਐਡੀਸ਼ਨ ਆਫ 2 ਨੰਬਰ ਹੈ, ਉਹ HTML 'ਚ ਹੋ ਨਹੀਂ ਸਕਦਾ, ਠੀਕ ਹੈ ਨਾ। ਉਹਦੇ ਲਈ ਸਾਨੂੰ ਕੁਝ ਹੋਰ ਐਕਸਟਰਾ ਚੀਜ਼ ਦੀ ਜ਼ਰੂਰਤ ਪਊਗੀ, ਸਾਨੂੰ ਪੇਜ ਨੂੰ ਡਾਇਨਮਿਕ ਬਣਾਉਣਾ ਪਊਗਾ ਵੀ ਉਹ ਇੰਜ ਦੇ ਕੰਮ ਵੀ ਕਰ ਸਕੇ। ਪਲੱਸ ਆ ਮੇਰੀ ਰਿਕੁਆਇਰਮੈਂਟ ਹੈ, ਮੈਂ 2 ਬਾਕਸ ਬਣਾਏ, ਓਕੇ ਤੇ ਕਲਿੱਕ ਕਰਾਂ, ਥਰਡ ਬਾਕਸ ਦੇ ਵਿੱਚ ਮੈਨੂੰ ਇਹਦਾ ਆਨਸਰ ਆ ਜੇ, ਯਾਨੀ ਕਿ ਐਡੀਸ਼ਨ ਆ ਜੇ, 10 20 30 ਆ ਜੇ। ਹੁਣ 30 ਆ ਜਾਵੇ ਪਲੱਸ ਸਰਵਰ ਤੋਂ ਇੰਟਰੈਕਟ ਕੀਤੇ ਬਿਨਾਂ ਹੀ ਆ ਜੇ, ਮਤਲਬ ਹੁਣ ਜਿਹੜਾ ਇਹਦਾ ਲੌਜਿਕ ਹੈ ਉਹ ਮੇਰੇ ਕੰਪਿਊਟਰ ਤੇ ਪਹਿਲਾਂ ਹੀ ਡਾਊਨਲੋਡ ਹੋ ਗਿਆ, ਠੀਕ ਹੈ। ਡਾਇਨਮਿਕ ਜਿਹੜਾ DHTML ਹੈ ਉਹ ਕੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ? ਜੇ ਆਪਾਂ ਕਹਿ ਰਹੇ ਹਾਂ DHTML ਰੈਫਰ ਟੂ ਦਾ ਵੈਬ ਪੇਜ ਦੈਟ ਮੂਵ, ਐਨੀਮੇਟ ਔਰ ਰਿਸਪੌਂਡ ਟੂ ਦਾ ਯੂਜ਼ਰ ਆਫਟਰ ਡਾਊਨਲੋਡਿੰਗ ਟੂ ਦਾ ਬਰਾਊਜ਼ਰ, ਠੀਕ ਹੈ ਨਾ। ਪਲੱਸ ਇਟ ਡਿਸਕ੍ਰਾਈਬ HTML ਪੇਜਸ ਵਿਦ ਡਾਇਨਮਿਕ ਕੰਟੈਂਟਸ। ਇਸ ਦੇ ਵਿੱਚ ਜਿਹੜੇ HTML ਪੇਜਸ ਤਾਂ ਉਹੀ ਹੈ, ਪਲੱਸ ਡਾਇਨਮਿਕ ਕੰਟੈਂਟ ਮਤਲਬ ਚੇਂਜੇਬਲ ਕੰਟੈਂਟ, ਫਲੈਕਸੀਬਲ ਕੰਟੈਂਟ, ਜਿਨ੍ਹਾਂ ਨੂੰ ਆਪਾਂ ਚੇਂਜ ਕੀਤਾ ਜਾ ਸਕਦਾ, ਜਿਨ੍ਹਾਂ ਦੇ ਸਪੋਜ਼ ਆਪਾਂ ਮਾਈਨਰ ਜੀ ਐਗਜ਼ਾਮਪਲ ਲੈ ਲੈਂਦੇ, ਕਲਰ ਚੇਂਜ ਕੀਤਾ ਜਾ ਸਕਦਾ, ਆਪਾਂ ਕਹੀਏ ਵੀ ਕਲਰ ਹੀ ਚੇਂਜ ਕਰ ਲਈਏ, ਹੈ ਨਾ, CSS ਦੇ ਥਰੂ, ਜਿਸ ਦੇ ਮਰਜ਼ੀ। ਹੁਣ ਜਿਹੜਾ ਵੀ ਕੋਈ ਵੀ ਐਲੀਮੈਂਟ ਹੈ, ਠੀਕ ਹੈ ਨਾ, ਕੋਈ ਵੀ ਐਲੀਮੈਂਟ ਹੈ ਵੈਬ ਪੇਜ ਦੇ ਵਿੱਚ। ਐਲੀਮੈਂਟ ਦਾ ਮਤਲਬ ਕੀ ਹੈ? ਸਾਡਾ ਜਿਹੜਾ ਟੈਗ ਹੈ ਨਾ, ਉਹ ਇੱਕ ਐਲੀਮੈਂਟ ਹੈ। ਆਪਾਂ ਲਿਖ ਦਿੰਦੇ H1 ਟੈਗ, H2 ਟੈਗ, ਠੀਕ ਹੈ ਨਾ। ਜਿਹੜਾ ਇਹ ਡਾਇਨਮਿਕ HTML ਦੀ ਗੱਲ ਕਰ ਰਹੇ ਹਾਂ ਆਪਾਂ, ਇਸ ਦੇ ਵਿੱਚੋਂ ਹਰੇਕ ਟੈਗ ਇੱਕ ਐਲੀਮੈਂਟ ਦੀ ਤਰ੍ਹਾਂ ਇੰਟਰੈਕਟ ਕਰਦਾ ਹੈ। ਹਰੇਕ ਟੈਗ ਇੱਕ ਐਲੀਮੈਂਟ ਹੈ, ਉਸ ਐਲੀਮੈਂਟ ਨੂੰ ਆਪਾਂ ਅਸੈਸ ਕਰਾਂਗੇ DHTML ਦੇ ਥਰੂ, ਕਿਸ ਦੇ ਲਈ? ਪੇਜ ਨੂੰ ਥੋੜਾ ਜਿਹਾ ਇੰਟਰੈਕਟਿਵ ਬਣਾਉਣ ਦੇ ਲਈ। ਹੁਣ DHTML ਦੇ ਕੁਝ ਕੰਪੋਨੈਂਟਸ ਹੈ, ਮਤਲਬ ਜਿਵੇਂ ਆਪਾਂ ਗੱਲ ਕੀਤੀ ਹੈ DHTML ਆਪਣੇ ਆਪ ਦੇ ਵਿੱਚ ਤਾਂ ਕੋਈ ਪ੍ਰੋਗਰਾਮਿੰਗ ਲੈਂਗੁਏਜ ਨਹੀਂ ਹੈਗੀ, ਇਹ ਕੀ ਇਕੱਲਾ ਕੰਬੀਨੇਸ਼ਨ ਹੈ, ਕੰਬਾਈਨ ਕੀਤੇ ਆਪਾਂ ਕੁਝ ਜੇ ਆਪਾਂ ਕਹੀਏ ਫੀਚਰਸ ਕਿਹਦੇ? ਵੈਬ ਡਿਵੈਲਪਮੈਂਟ ਟੈਕਨੀਕਸ ਦੇ। ਉਹ ਕਿਹੜੇ ਹੋ ਸਕਦੇ ਆ? HTML ਹੋ ਸਕਦਾ ਹੈ,
HTML वर्जन 4 ਜਾਂ 3 ਤੋਂ ਬਾਅਦ ਵਾਲੇ ਜਿਹੜੇ ਹੈ ਉਹ ਹੋ ਸਕਦਾ ਹੈ। CSS ਕਾਸਕੇਡ ਸਟਾਈਲ ਸ਼ੀਟਸ ਹੋ ਸਕਦੀਆਂ, ਜਾਵਾਸਕ੍ਰਿਪਟ ਹੋ ਸਕਦਾ ਹੈ, DOM। ਮਤਲਬ ਇਹਨਾਂ ਦੀ ਕੰਬੀਨੇਸ਼ਨਸ ਨੂੰ ਆਪਾਂ ਡਾਇਨਾਮਿਕ HTML ਬੋਲਦੇ ਹਾਂ। ਵੀ ਸਾਡੇ ਪੇਜ ਦੇ ਵਿੱਚ ਅਗਰ ਆਪਾਂ ਸਿੰਪਲ ਕਹਿੰਦੇ ਆਪਾਂ ਇਕੱਲਾ ਹਲੇ HTML ਯੂਜ਼ ਕੀਤਾ ਸੀ, ਆਪਾਂ ਥੋੜੀ ਜਿਹੀ ਚੀਜ਼ਾਂ ਹੋਰ ਯੂਜ਼ ਕਰਾਂਗੇ ਉਹਨੂੰ ਡਾਇਨਾਮਿਕ ਬਣਾਉਣ ਦੇ ਲਈ, ਜਿਹਦੇ ਵਿੱਚ ਹੋਰ HTML ਦੇ ਸਿਵਾਏ ਹੋਰ ਕੀ ਚੀਜ਼ ਐਡ ਹੋਗੀ, CSS ਐਡ ਹੋਗੀ, ਜਾਵਾਸਕ੍ਰਿਪਟ ਐਡ ਹੋਗੀ, ਡਾਕੂਮੈਂਟ ਆਬਜੈਕਟ ਮਾਡਲ DOM ਐਡ ਹੋ ਗਿਆ। ਹੁਣ ਪਹਿਲਾਂ ਥੋੜਾ ਜਿਹਾ ਦੇਖ ਲਈਏ ਕੀ ਹੈ HTML ਕੀ ਹੈ। ਆਪਾਂ ਸਿੱਖ ਚੁੱਕੇ ਹਾਂ ਪਿਛਲੇ ਵੀਡੀਓਜ਼ ਦੇ ਵਿੱਚ। HTML ਕੀ ਹੈ? ਇੱਕ ਲੈਂਗੁਏਜ ਹੈ, ਮਾਰਕਅਪ ਲੈਂਗੁਏਜ ਹੈ, ਜਿਹਦੇ ਨਾਲ ਆਪਾਂ ਕੀ ਕਰਦੇ ਹਾਂ, ਇੱਕ ਸਟਰਕਚਰ ਬਣਾ ਦਿੰਦੇ ਹਾਂ ਵੈਬ ਪੇਜ ਦਾ, ਤੇ ਜਿਹਦੇ ਵਿੱਚ ਬੇਸਿਕ ਟੈਗਸ ਦੇ ਨਾਲ ਆਪਾਂ ਆਪਣੀ ਇੱਕ ਸਟੈਟਿਕ ਵੈਬਸਾਈਟ ਬਣਾ ਲੈਂਦੇ ਹਾਂ। ਸਟੈਟਿਕ ਵੈਬਸਾਈਟ ਬਣਾ ਲੈਂਦੇ ਹਾਂ ਜਿਸ ਦੇ ਵਿੱਚ ਕੁਝ ਆਪਣਾ ਸਟੈਟਿਕ ਕੰਟੈਂਟਸ ਹੁੰਦਾ ਹੈ, ਠੀਕ ਹੈ ਨਾ। ਲਿੰਕਸ ਹੋ ਸਕਦੇ ਆ, ਟੇਬਲਸ ਹੋ ਸਕਦੇ ਆ, ਉਹ ਸਾਰੇ ਕੀ ਆਪਣਾ ਸਟੈਟਿਕ ਕੰਟੈਂਟ ਹੋ ਸਕਦਾ ਹੈ। ਦੈਨ CSS ਕਾਸਕੇਡ ਸਟਾਈਲ ਸ਼ੀਟਸ, ਇਹ ਕੀ ਹੈ? ਇੱਕ ਚੀਜ਼ ਨੂੰ ਸਟਾਈਲ ਪ੍ਰੋਵਾਈਡ ਕਰਦੇ ਆ, ਕੋਈ ਟੈਕਸਟ ਨੂੰ ਐਕਸਟਰਾ ਸਟਾਈਲ ਪ੍ਰੋਵਾਈਡ ਕਰਨਾ ਹੈ। ਜਿਵੇਂ ਸਪੋਜ਼ ਆਪਾਂ ਕਹਿ ਰਹੇ ਹਾਂ H1 ਟੈਗ ਦਾ ਕੰਮ ਕੀ ਹੈ? H1 ਟੈਗ ਦਾ ਕੰਮ ਕੀ ਹੈ? ਕੋਈ ਚੀਜ਼ ਆਪਾਂ ਹੈਡਿੰਗ ਦੇ ਵਿੱਚ ਲਿਖਣੀ ਹੈ, ਥੋੜੇ ਜਿਹੇ ਵੱਡੇ ਸਾਈਜ਼ ਦੇ ਵਿੱਚ ਲਿਖਣੀ ਹੈ, ਠੀਕ ਹੈ ਨਾ। ਅਗਰ ਇਸ ਦਾ ਕਲਰ ਚੇਂਜ ਕਰਨਾ ਹੈ ਆਪਾਂ ਕੀ ਲਗਾ ਦਿੰਦੇ ਹਾਂ ਅੱਗੇ? ਫੌਂਟ ਟੈਗ, ਠੀਕ ਹੈ। ਕਲਰ ਇਜ਼ ਇਕੁਅਲ ਟੂ ਰੈੱਡ ਜਿਵੇਂ, ਫਿਰ ਫੌਂਟ ਟੈਗ ਕਲੋਜ਼ ਕਰ ਲੈਂਦੇ ਆ। ਸਪੋਜ਼ ਸਾਡੇ ਵੈਬਸਾਈਟ ਦੇ ਵਿੱਚ H1 ਟੈਗ ਜੋ ਮੈਂ 50 ਟਾਈਮਜ਼ ਯੂਜ਼ ਕੀਤਾ ਹੈ, ਜਿਹੜਾ H1 ਟੈਗ 50 ਟਾਈਮਜ਼ ਯੂਜ਼ ਕੀਤਾ ਹੈ, ਤੇ ਸਾਰਿਆਂ ਦੇ ਵਿੱਚ ਮੇਰੀ ਰਿਕੁਆਇਰਮੈਂਟ ਹੈ ਮੈਂ ਉਹਨਾਂ ਨੂੰ ਰੈੱਡ ਕਲਰ 'ਚ ਹੀ ਲਿਖਣਾ ਹੈ। ਹੁਣ ਤਾਂ ਮੈਨੂੰ ਹਰ ਵਾਰ ਉਹਦੇ ਅੱਗੇ ਕੀ ਲਗਾਉਣਾ ਪਊਗਾ? ਫੌਂਟ ਟੈਗ ਲਗਾਉਣਾ ਪਊਗਾ। ਵੀ ਫੌਂਟ ਟੈਗ ਲਗਾਵਾਂ, ਹਰ ਵਾਰ ਬੰਦ ਕਰਾਂ। ਸਿਮਿਲਰਲੀ H2 ਹੈ ਸਪੋਜ਼, ਉਹਨੂੰ ਮੈਂ ਗ੍ਰੀਨ ਦੇ ਵਿੱਚ ਲਿਖਣਾ ਹੈ, ਫਿਰ ਬਾਰ-ਬਾਰ ਮੈਂ ਉਹਨਾਂ ਦੇ ਵਿੱਚ ਗ੍ਰੀਨ ਫੌਂਟ ਟੈਗ ਲਗਾਈ ਜਾਊਂਗਾ। ਹੁਣ ਕਾਸਕੇਡ ਸਟਾਈਲ ਸ਼ੀਟ ਕੀ ਸਾਨੂੰ ਇਹੀ ਫੈਸਿਲਿਟੀ ਪ੍ਰੋਵਾਈਡ ਕਰਦੀ ਹੈ ਵੀ ਮੈਂ ਜਿਹੜਾ ਉਹਦਾ ਸਟਾਈਲ ਹੈ ਇੱਕ ਵਾਰ ਬਣਾ ਕੇ ਰੱਖ ਲਵਾਂ, ਵੀ ਜਿਹੜਾ H1 ਹੈ ਉੱਥੇ ਇਹੀ ਸਟਾਈਲ ਚੱਲੇ, ਜਿਹੜਾ H2 ਹੈ ਉਸ ਤੇ ਇਹੀ ਸਟਾਈਲ ਚੱਲੇ, ਠੀਕ ਹੈ ਨਾ। ਉਹ ਕਾਸਕੇਡ ਸਟਾਈਲ ਸ਼ੀਟਸ ਹੈ। ਆਪਾਂ ਆਉਣ ਵਾਲੇ ਟਾਈਮ 'ਚ ਅੱਗੇ ਉਹਦੀਆਂ ਐਗਜ਼ਾਮਪਲਸ ਵੀ ਕਰਾਂਗੇ। ਜਾਵਾਸਕ੍ਰਿਪਟ ਸਾਡੇ HTML ਨੂੰ ਦੇ ਵਿੱਚ ਆਪਾਂ ਲੌਜਿਕ ਇੰਪਲੀਮੈਂਟ ਕਰਦੇ ਹਾਂ ਵਿਦ ਦੀ ਹੈਲਪ ਆਫ ਜਾਵਾਸਕ੍ਰਿਪਟ। ਜਿਵੇਂ ਆਪਾਂ ਐਗਜ਼ਾਮਪਲ ਗੱਲ ਕੀਤੀ ਸੀ, ਐਡੀਸ਼ਨ ਆਫ 2 ਨੰਬਰਸ ਹੈ, 10 20 ਦਾ ਆਪਾਂ 30 ਕਰਤਾ ਹੈ, ਜਾਂ ਗ੍ਰੇਟੈਸਟ ਫਰੋਮ 2 ਨੰਬਰ ਹੈ, ਉਹ ਆਪਾਂ HTML 'ਚ ਨਹੀਂ ਕਰ ਸਕਦੇ ਵੀ 2 ਚੋਂ ਵੱਡਾ ਕਿਹੜਾ ਨੰਬਰ ਹੈ ਵੀ HTML ਲੱਭ ਕੇ ਦੱਸੂਗਾ, ਨਹੀਂ। ਉਹ ਕਿਹਦੇ ਥਰੂ ਹੋ ਸਕਦਾ? ਜਾਵਾਸਕ੍ਰਿਪਟ ਦੇ ਥਰੂ ਹੋ ਸਕਦਾ। ਇਹ ਕੀ ਹੈ? ਸਕ੍ਰਿਪਟਿੰਗ ਲੈਂਗੁਏਜ ਹੈ, ਪਲੱਸ ਇਹ ਕੀ ਹੈ? ਕਲਾਇੰਟ ਸਾਈਡ ਹੈ, ਸਾਡੇ ਕਲਾਇੰਟ ਤੇ ਡਾਊਨਲੋਡ ਹੋ ਜਾਂਦੀ ਹੈ। ਕਲਾਇੰਟ ਤੇ ਡਾਊਨਲੋਡ ਹੋਣ ਦਾ ਫਾਇਦਾ ਕੀ ਹੁੰਦਾ ਹੈ? ਕਲਾਇੰਟ ਤੇ ਡਾਊਨਲੋਡ ਹੋਣ ਦਾ ਫਾਇਦਾ ਇਹ ਹੁੰਦਾ ਵੀ ਸਾਡੇ ਪੇਜ ਨੂੰ ਦੁਬਾਰਾ ਸਰਵਰ ਨਾਲ ਇੰਟਰੈਕਟ ਕਰਨ ਦੀ ਜ਼ਰੂਰਤ ਨਹੀਂ ਹੈ ਉਹਦੇ ਆਊਟਪੁੱਟ ਦੇ ਲਈ। ਮਤਲਬ ਸਾਡੇ ਕੰਪਿਊਟਰ ਦੇ ਵਿੱਚ ਉਹਦਾ ਲੌਜਿਕ ਪਿਆ। ਬਟ ਜੇ ਆਪਾਂ ਕਹੀਏ ਨੁਕਸਾਨ, ਹਾਂ ਨੁਕਸਾਨ ਇਹ ਹੈ ਵੀ ਇਹਦੇ ਵਿੱਚ ਲੌਜਿਕ ਸਾਡਾ ਕਲਾਇੰਟ ਤੇ ਪਹੁੰਚ ਜਾਂਦਾ ਹੈ। ਜਿਹੜੇ ਬਹੁਤ ਹੀ ਕੰਪਲੀਕੇਟਿਡ ਲੌਜਿਕ ਹੈ ਜਾਂ ਸਾਡੇ ਲੌਜਿਕ ਹੈ ਜਿਹੜੇ ਸਾਨੂੰ ਲੱਗਦਾ ਵੀ ਅਸੀਂ ਨਹੀਂ ਲੀਕ ਆਊਟ ਕਰਨਾ ਚਾਹੁੰਦੇ, ਨਹੀਂ ਦੱਸਣਾ ਚਾਹੁੰਦੇ, ਉਹ ਆਪਾਂ ਕਲਾਇੰਟ ਸਾਈਡ ਸਕ੍ਰਿਪਟਿੰਗ ਦੇ ਵਿੱਚ ਨਹੀਂ ਲਿਖਦੇ, ਠੀਕ ਹੈ ਨਾ। ਉਹ ਸਰਵਰ ਸਾਈਡ ਸਕ੍ਰਿਪਟਿੰਗ 'ਚ ਹੀ ਹੁੰਦੇ ਆ ਲੌਜਿਕਸ, ਫਿਰ ਉਹਦੇ ਕਲਾਇੰਟ ਤੇ ਇਕੱਲੀ ਆਊਟਪੁੱਟ ਹੀ ਆਉਂਦੀ ਹੈ। ਜਿਵੇਂ ਮੈਂ ਐਗਜ਼ਾਮਪਲ ਦੱਸਦਾ, ਆਪਾਂ ਇੱਕ ਐਗਜ਼ਾਮਪਲ ਗੱਲ ਕਰੀਏ, ਫੈਕਟੋਰੀਅਲ ਆਫ 2 ਨੰਬਰ ਹੈ। ਜੇ ਫੈਕਟੋਰੀਅਲ ਆਫ 2 ਨੰਬਰਸ ਦਾ ਫੈਕਟੋਰੀਅਲ ਆਫ ਏ ਨੰਬਰ ਆਪਾਂ ਫਾਈਂਡ ਕਰਨਾ ਹੈ। ਸਪੋਜ਼ ਐਸੀ ਇੱਕ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ ਆਪਾਂ। ਮੈਂ ਨਹੀਂ ਚਾਹੁੰਦਾ ਵੀ ਇਹਦਾ ਲੌਜਿਕ ਜਿਹੜਾ ਮੇਰਾ ਇਹ ਕਲਾਇੰਟ ਤੇ ਵੀ ਪਹੁੰਚੇ, ਵੀ ਮੈਂ ਕਿਸ ਤਰੀਕੇ ਇੰਪਲੀਮੈਂਟ ਕੀਤਾ ਹੈ, ਜਾਂ ਪ੍ਰਾਈਮ ਨੰਬਰ ਵਾਲਾ ਮੈਂ ਲੌਜਿਕ ਨਹੀਂ ਚਾਹੁੰਦਾ ਵੀ ਕਲਾਇੰਟ ਤੱਕ ਪਹੁੰਚੇ। ਮੈਂ ਉਸ ਨੂੰ ਫਿਰ ਕਲਾਇੰਟ ਸਾਈਡ ਸਕ੍ਰਿਪਟਿੰਗ ਦੇ ਵਿੱਚ ਨਹੀਂ ਲਿਖੂੰਗਾ ਉਹ ਲੌਜਿਕਸ, ਕਿਉਂਕਿ ਜਿਹੜੇ ਇਹ ਕਲਾਇੰਟ ਸਾਈਡ ਸਕ੍ਰਿਪਟਿੰਗ ਹੈ ਇਹਦੇ ਨਾਲ ਜਿਹੜੀ ਸਾਡਾ ਲੌਜਿਕ ਹੈ ਉਸ ਕਲਾਇੰਟ ਤੇ ਵੀ ਪਹੁੰਚ ਜਾਂਦੇ ਆ, ਠੀਕ ਹੈ ਨਾ। ਬਟ ਆਪਾਂ ਸਿੰਪਲ ਗੱਲ ਕਰ ਰਹੇ ਹਾਂ ਵੀ ਜਾਵਾਸਕ੍ਰਿਪਟ ਦਾ ਫਾਇਦਾ ਕੀ ਹੈ? ਜਾਵਾਸਕ੍ਰਿਪਟ ਕੀ ਹੈ? ਸਕ੍ਰਿਪਟਿੰਗ ਲੈਂਗੁਏਜ ਹੈ ਜਿਹਦੀ ਹੈਲਪ ਦੇ ਨਾਲ ਆਪਾਂ HTML ਦੇ ਵਿੱਚ ਲੌਜਿਕਸ ਇੰਪਲੀਮੈਂਟ ਕਰ ਸਕਦੇ ਹਾਂ, ਬਿਕੋਜ਼ ਬਾਈ ਡਿਫਾਲਟ HTML ਦੇ ਵਿੱਚ ਲੌਜਿਕਸ ਨਹੀਂ ਹੁੰਦੇ। HTML 'ਚ ਆਪਾਂ ਲੌਜਿਕਸ ਨਹੀਂ ਲਗਾ ਸਕਦੇ। ਲੌਜਿਕ ਦਾ ਮਤਲਬ ਆਪਾਂ ਸਿੰਪਲ ਹੀ ਗੱਲ ਕਰ ਲੈਂਦੇ, ਇਫ, ਐਲਸ, ਫੋਰ, ਵਾਈਲ, ਡੂ ਵਾਈਲ, ਇਹ ਚੀਜ਼ਾਂ ਨਹੀਂ ਲਗਾ ਸਕਦੇ ਆਪਾਂ ਕਿਹਦੇ ਵਿੱਚ? HTML 'ਚ। ਜਾਵਾਸਕ੍ਰਿਪਟ ਦੇ ਵਿੱਚ ਆਪਾਂ ਉਹ ਲਗਾ ਸਕਦੇ ਹਾਂ, ਠੀਕ ਹੈ ਨਾ। ਜਾਵਾਸਕ੍ਰਿਪਟ ਇਜ਼ ਅ ਸਕ੍ਰਿਪਟਿੰਗ ਲੈਂਗੁਏਜ ਵਿਚ ਇਜ਼ ਡਨ ਔਨ ਏ ਕਲਾਇੰਟ ਸਾਈਡ। The various browser supports JavaScript ਟੈਕਨੋਲੋਜੀ। ਮੋਸਟਲੀ ਜਿਹੜੇ ਆਪਣੇ ਬਰਾਊਜ਼ਰ ਹੈ ਉਹ ਜਾਵਾਸਕ੍ਰਿਪਟ ਨੂੰ ਸਪੋਰਟ ਕਰਦੇ ਹੈ। DHTML uses the JavaScript technology for assessing, controlling and manipulating the elements of HTML ਦੇ ਐਲੀਮੈਂਟਸ ਨੂੰ ਮੈਨੀਪੂਲੇਟ ਕਰਨ ਦਾ ਕੰਮ ਕਰਦੇ ਹੈ with the help of JavaScript। ਇਸ ਦੇ ਲਈ ਆਪਾਂ ਇੱਕ ਲਾਸਟ ਕੱਲ ਵਾਲਾ ਵੀਡੀਓ ਦੇਖਿਆ ਸੀ ਇਨਪੁਟ ਵਾਲਾ, ਇਨਪੁਟ ਟੈਗਸ ਜਿਸ 'ਚ ਆਪਾਂ ਕੀਤੇ ਸੀ, ਹੈ ਨਾ। ਉਹ ਤੁਸੀਂ ਥੋੜਾ ਦੁਬਾਰਾ ਦੇਖਣਾ ਹੈ ਕਿਉਂਕਿ ਉਹਨਾਂ ਨੂੰ ਹੀ ਆਪਾਂ ਅੱਗੇ ਇੰਪਲੀਮੈਂਟ ਕਰਾਂਗੇ। The elements in JavaScript are commands
which tells the browser for performing an actions। ठीक है ना, ਜਿਹੜੀਆਂ ਸਟੇਟਮੈਂਟਸ ਹੈ the statements in JavaScript, ਜਿਹੜੀਆਂ JavaScript ਦੀਆਂ ਸਟੇਟਮੈਂਟਸ ਉਹ ਕਮਾਂਡਸ ਹੈ ਬੇਸਿਕਲੀ ਜਿਹੜੀਆਂ ਬਰਾਊਜ਼ਰ ਨੂੰ ਦੱਸਦੀਆਂ ਵੀ ਤੁਸੀਂ ਇਹ ਕੰਮ ਕਰਨਾ ਹੈ। ਠੀਕ ਹੈ ਨਾ। DOM ਡਾਕੂਮੈਂਟ ਆਬਜੈਕਟ ਮਾਡਲ। ਡਾਕੂਮੈਂਟ ਆਬਜੈਕਟ ਕੀ ਹੈ? ਇਹ ਇੱਕ ਸਟੈਂਡਰਡ ਹੈ HTML ਦੇ ਪੇਜ ਨੂੰ ਐਕਸਪਲੇਨ ਕਰਨ ਦਾ। DOM ਕੀ ਹੈ? ਕੋਈ ਪ੍ਰੋਗਰਾਮਿੰਗ ਲੈਂਗੁਏਜ ਨਹੀਂ ਹੈ। ਇਹ ਬੇਸਿਕਲੀ ਕੀ ਹੈ, ਜਿਵੇਂ ਆਪਾਂ ਗੱਲ ਕਰਦੇ ਸੀ ਵੀ ਜਿਹੜਾ HTML ਹੈ, ਡਾਕੂਮੈਂਟ ਦਾ ਮਤਲਬ HTML, ਠੀਕ ਹੈ। ਡਾਕੂਮੈਂਟ ਮਤਲਬ HTML, ਆਬਜੈਕਟ ਮਤਲਬ ਉਹਦੇ ਐਲੀਮੈਂਟਸ ਮਤਲਬ ਆਪਾਂ ਸਿੰਪਲ ਐਗਜ਼ਾਮਪਲ ਸਮਝ ਲੈਂਦੇ ਹਾਂ ਫਿਲਹਾਲ ਟੈਗਸ। ਜਿਹੜੇ ਟੈਗਸ ਹੈ ਉਹ ਕੀ ਹੈ? ਉਹਦੇ ਆਬਜੈਕਟਸ ਹੈ। ਮਾਡਲ ਕੀ ਹੈ? ਉਹਦਾ ਸਟਰਕਚਰ ਵੀ ਉਹ ਕਿਸ ਤਰੀਕੇ ਬਣਿਆ ਹੋਇਆ। ਜਿਹੜਾ DOM ਹੈ ਇਹ ਬੇਸਿਕਲੀ ਸਾਡੇ HTML ਪੇਜ ਨੂੰ ਐਜ਼ ਏ ਟਰੀ ਰੀਡ ਕਰਦਾ, ਇੱਕ ਤਰੀਕੇ ਨਾਲ ਟਰੀ ਦੇ ਟਾਈਪ ਨਾਲ ਰੀਡ ਕਰਦਾ। ਆਪਾਂ ਅੱਗੇ ਦੇਖਦੇ ਹਾਂ, ਅੱਗੇ ਇਸ ਦੀ ਐਕਸਪਲੇਨ ਕਰਦੇ ਹਾਂ ਵੀ DOM ਦਾ ਮਤਲਬ ਕੀ ਹੈ? ਡਾਕੂਮੈਂਟ ਆਬਜੈਕਟ ਮਾਡਲ। ਠੀਕ ਹੈ। ਡਾਕੂਮੈਂਟ ਮਤਲਬ ਵੈਬ ਪੇਜ ਹੋ ਸਕਦਾ ਹੈ ਜਿਵੇਂ HTML। ਇਹ ਆਬਜੈਕਟ ਮਤਲਬ ਆਪਾਂ ਕਹਿੰਦੇ ਹਾਂ ਟੈਗਸ ਹੋ ਸਕਦੇ ਹੈ, ਪਲੱਸ ਉਹਦੇ ਐਟਰੀਬਿਊਟਸ ਹੋ ਸਕਦੇ ਆ। ਜਿਹੜੇ ਟੈਗਸ ਦੇ ਵਿੱਚ ਐਟਰੀਬਿਊਟਸ ਹੈ ਉਹ ਹੋ ਸਕਦੇ ਹੈ। ਦੈਨ ਜਿਹੜੇ ਇਹ ਹੈ ਆਪਣੇ ਮਾਡਲ ਦਾ ਮਤਲਬ ਕੀ ਹੈ? ਉਹਦਾ ਸਟਰਕਚਰ, ਵੀ ਕਿਸ ਸਟਰਕਚਰ ਦੇ ਵਿੱਚ ਉਹ ਸਾਡੇ ਨਜ਼ਰ ਆ ਰਿਹਾ। ਠੀਕ ਹੈ ਨਾ। ਤੇ ਇਹ ਬੇਸਿਕਲੀ ਕਰਦਾ ਕਿ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਇਟ ਇਜ਼ ਮੇਨਲੀ ਯੂਜ਼ਡ ਫॉर defining the objects, it is mainly used for defining the objects and properties of all the elements in HTML। objects मतलब ਜਿਵੇਂ ਆਪਾਂ ਸਿੰਪਲ ਆਪਾਂ ਕਹਿ ਰਹੇ ਹਾਂ ਟੇਬਲ ਇੱਕ ਆਬਜੈਕਟ ਹੋ ਗਿਆ। ਪ੍ਰੋਪਰਟੀਜ਼ ਕੀ ਹੋ ਗਈਆਂ? ਆਪਾਂ ਉਹਦੇ ਵਿੱਚ ਕੋਈ ਐਟਰੀਬਿਊਟ ਯੂਜ਼ ਕਰ ਲਿਆ, ਜਿਵੇਂ ਮੈਂ ਯੂਜ਼ ਕਰ ਲਿਆ BG ਕਲਰ, ਵੀ BG ਕਲਰ ਮੈਂ ਰੈੱਡ ਲਿਖ ਲਿਆ, ਇਹ ਉਹਦੀ ਕੀ ਪ੍ਰੋਪਰਟੀ ਹੈ। ਫੀਚਰਸ ਜਿਹੜੀ DHTML ਹੈ ਇਹਦੇ ਫੀਚਰ ਕੀ ਹੈ? ਇਹ ਸਿੰਪਲ ਹੈ। ਠੀਕ ਹੈ ਨਾ। ਪਲੱਸ ਇਸ ਦੇ ਵਿੱਚ ਆਪਾਂ ਵੈਬ ਪੇਜ ਨੂੰ ਡਾਇਨਮਿਕਲੀ ਨਹੀਂ ਸੌਰੀ ਆਪਾਂ ਐਵੇਂ ਕਹਾਂਗੇ ਵੀ ਡਾਇਨਮਿਕ ਵੈਬ ਪੇਜ ਕ੍ਰੀਏਟ ਕਰ ਸਕਦੇ ਹਾਂ। ਠੀਕ ਹੈ ਨਾ। DHTML ਦੀ ਹੈਲਪ ਦੇ ਨਾਲ ਆਪਾਂ ਡਾਇਨਮਿਕ ਵੈਬ ਪੇਜਿਸ ਕ੍ਰੀਏਟ ਕਰ ਸਕਦੇ ਹਾਂ। ਆਈ ਥਿੰਕ ਅਗਰ ਆਪਾਂ ਡਾਇਨਮਿਕਲੀ ਪੇਜਿਸ ਕ੍ਰੀਏਟ ਕਰਨੇ ਆ ਉਸ ਦੇ ਲਈ ਆਪਾਂ ਨੂੰ ਸਰਵਰ ਸਾਈਡ ਸਕ੍ਰਿਪਟਿੰਗ ਦੀ ਜ਼ਰੂਰਤ ਪੈਂਦੀ ਹੋਈ ਹੈ। ਫਿਲਹਾਲ ਆਪਾਂ ਕਲਾਇੰਟ ਸਾਈਡ ਦੀ ਗੱਲ ਕਰ ਰਹੇ ਹਾਂ। ਡਾਇਨਮਿਕ ਸਟਾਈਲਸ ਦਾ ਮਤਲਬ ਕੀ ਹੈ? ਜਿਹੜਾ ਕੁਝ ਵੀ ਹੋ ਸਕਦਾ, ਜਿਹੜਾ ਯੂਜ਼ਰ ਨੂੰ ਅਲਾਉ ਕਰਦਾ ਹੈ ਕਿ ਇਸ ਦਾ ਫੌਂਟ ਚੇਂਜ ਕਰਨਾ ਹੈ, ਸਾਈਜ਼ ਚੇਂਜ ਕਰਨਾ ਹੈ, ਕਲਰ ਚੇਂਜ ਕਰਨਾ ਹੈ ਜਾਂ ਕੰਟੈਂਟ ਚੇਂਜ ਕਰਨੇ ਵੈਬ ਪੇਜ ਦੇ। ਠੀਕ ਹੈ ਨਾ। ਉਹ ਕੀ ਆਪਣਾ ਡਾਇਨਮਿਕ ਹੈ, ਵੀ ਆਪਾਂ ਉਸ ਨੂੰ ਇੰਟਰੈਕਟਿਵ ਬਣਾਤਾ ਹੈ ਵੀ ਮੇਰੇ ਅਕੋਰਡਿੰਗ ਮੈਂ ਕਲਰ ਚੇਂਜ ਕਰ ਰਿਹਾ, ਵੀ ਮੈਨੂੰ ਇਸ ਤਰ੍ਹਾਂ ਦਾ ਵੈਬ ਪੇਜ ਚਾਹੀਦਾ ਹੈ, ਰੈੱਡ ਕਲਰ ਦੀ ਬੈਕਗਰਾਊਂਡ ਚਾਹੀਦੀ ਹੈ, ਗ੍ਰੀਨ ਕਲਰ ਦੀ ਬੈਕਗਰਾਊਂਡ ਚਾਹੀਦੀ ਹੈ। ਮਤਲਬ ਯੂਜ਼ਰ ਦੇ ਅਕੋਰਡਿੰਗ ਉਹ ਚੇਂਜ ਹੋ ਸਕਦਾ ਹੈ ਜਿਹੜਾ ਉਸ ਨੂੰ ਯੂਜ਼ ਕਰ ਰਿਹਾ। ਠੀਕ ਹੈ ਨਾ। ਇਟ ਪ੍ਰੋਵਾਈਡ ਦਾ ਫੈਸਿਲਿਟੀ for using the events methods and properties। ਇਹ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ DOM ਜਿਹੜਾ, ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਆਪਾਂ JavaScript, CSS ਤੇ HTML ਇਹਨਾਂ ਤਿੰਨਾਂ ਨੂੰ ਕੰਬੀਨੇਸ਼ਨ ਨੂੰ ਕੰਬਾਈਨ ਕਰਕੇ ਆਪਾਂ ਪੇਜ ਨੂੰ ਕੀ ਕਰ ਰਹੇ ਹਾਂ? ਥੋੜਾ ਜਿਹਾ ਇੰਟਰੈਕਟਿਵ ਬਣਾ ਰਹੇ ਹਾਂ। ਠੀਕ ਹੈ ਨਾ। ਵੀ ਆਪਾਂ ਕਹਿੰਦੇ HTML ਦੇ ਟੈਗ ਦੇ ਵਿੱਚ ਜੇ ਆਪਾਂ ਕਹੀਏ ਵੀ ਟੇਬਲ ਦੇ ਵਿੱਚ ਰੈੱਡ ਕਲਰ ਹੈ, CSS ਦੀ ਹੈਲਪ ਦੇ ਨਾਲ ਆਪਾਂ ਉਹਦੇ 'ਚ ਗ੍ਰੀਨ ਕਲਰ ਕੀਤਾ ਹੈ ਬਾਈ ਐਗਜ਼ੀਕਿਊਟਿੰਗ JavaScript ਕੋਡ। JavaScript ਦਾ ਕੋਡ ਐਗਜ਼ੀਕਿਊਟ ਕਰਕੇ ਆਪਾਂ CSS ਨੂੰ ਯੂਜ਼ ਕਰਕੇ ਜਿਹੜੇ HTML ਦੇ ਟੈਗਸ ਆ ਉਹਦੇ ਕਲਰ ਵਗੈਰਾ ਚੇਂਜ ਕਰ ਰਹੇ ਹਾਂ, ਜਿਹੜੀ ਆਪਣੀ ਇੱਕ ਸਿੰਪਲ ਐਗਜ਼ਾਮਪਲ ਹੋ ਸਕਦੀ ਹੈ। ਠੀਕ ਹੈ ਨਾ। ਡਾਟਾ ਬਾਈਂਡ ਦੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ। ਇਟ ਹੈਲਪ ਡੀ ਯੂਜ਼ਰ ਟੂ ਈਜ਼ੀਲੀ ਚੇਂਜ ਦਾ ਟੈਗਸ। ਉਹੀ ਸੇਮ ਗੱਲ, ਪ੍ਰੋਪਰਟੀਜ਼ ਦਾ ਟੈਗਸ ਚੇਂਜ ਕਰਨਾ ਹੈ। ਇਸ ਦੇ ਨਾਲ ਕੀ ਹੈ, ਜਿਹੜੀ ਆਪਣੀ ਫੰਕਸ਼ਨੈਲਿਟੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ ਕਿਸ ਦੀ? ਵੈਬ ਪੇਜਿਸ ਦੀ। ਵੈਬ ਪੇਜਿਸ ਦੀ ਫੰਕਸ਼ਨੈਲਿਟੀ ਇਨਕਰੀਜ਼ ਕਰਨ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਵੀ ਲੌਜਿਕਸ ਇੰਪਲੀਮੈਂਟ ਹੋ ਜਾਂਦੇ ਆ, ਪਲੱਸ ਸਰਵਰ ਦੀ ਇੰਟਰੈਕਸ਼ਨ ਤੋਂ ਬਿਨਾਂ। ਠੀਕ ਹੈ ਨਾ। ਵੀ ਆਪਾਂ ਨੂੰ ਬਾਰ-ਬਾਰ ਸਰਵਰ ਨਾਲ ਇੰਟਰੈਕਟ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜਾ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ, ਡਿਫਰੈਂਸ ਬਿਟਵੀਨ HTML ਐਂਡ DHTML। ਇਹ ਸਿੰਪਲ ਮਾਰਕਅਪ ਲੈਂਗੁਏਜ ਹੈ। ਠੀਕ ਹੈ। ਇਸ ਦੇ ਵਿੱਚ ਕੀ ਹੈ ਆਪਣਾ, ਇਹ ਕੋਈ ਲੈਂਗੁਏਜ ਨਹੀਂ ਹੈ DHTML, ਬਟ ਇਹ ਟੈਕਨੋਲੋਜੀ ਹੈ ਜਿਸ ਦੇ ਨਾਲ ਆਪਾਂ ਕੁਝ ਫੀਚਰਸ ਅਲੱਗ-ਅਲੱਗ ਟੈਕਨੀਕਸ ਨੂੰ ਕੰਬਾਈਨ ਕਰਤਾ ਹੈ। ਜਿਵੇਂ ਆਪਾਂ ਗੱਲ ਕੀਤੀ ਹੈ CSS, HTML, JavaScript ਤੇ DOM ਮਾਡਲ ਨੂੰ। ਇਹ ਕੀ ਕਰਦਾ? ਕ੍ਰੀਏਟ ਵੈਬ ਪੇਜ ਕਰਦੇ ਆ। ਇਸ ਦੇ ਵਿੱਚ ਆਪਾਂ ਕ੍ਰੀਏਟ ਦੇ ਨਾਲ ਉਸਦੀ ਡਿਜ਼ਾਈਨਿੰਗ ਵੀ ਤੇ ਉਸ ਨੂੰ ਇੰਟਰੈਕਟਿਵ ਵੀ ਬਣਾਉਂਦੇ ਆ। ਇਸ ਦੇ ਵਿੱਚ ਮੋਸਟਲੀ ਕੀ ਹੈ? ਸਟੈਟਿਕ ਪੇਜਸ ਬਣਦੇ ਆ।
ठीक है। जिवें आपां गल कीती स्टैटिक पेजिस है, इस 'च आपां डायनेमिक वेब पेजिस क्रिएट कर सकते हैं। इस दे विच कोई भी स्क्रिप्टिंग नहीं आपां इनकलूड करते, इस दे विच आपां सर्वर साइड स्क्रिप्टिंग इनकलूड कर सकते हैं, ठीक है ना। हो सकता भी आपां सर्वर साइड स्क्रिप्टिंग भी यूज़ कर लईए, जिवें आपां गल कीती सी आपां चाਹੁੰਦੇ ਹਾਂ ਵੀ ਸਾਡੇ लॉजिक्स जो है क्लाइंट ਤੇ ना पहुंचण, ਤਾਂ ਆਪਾਂ ਉਸ ਨੂੰ ਕੀ ਕਰਾਂਗੇ ਸਰਵਰ ਸਾਈਡ ਸਕ੍ਰਿਪਟਿੰਗ ਦੇ ਵਿੱਚ ਲਿਖਾਂਗੇ ਲੌਜਿਕਸ ਨੂੰ। ਮੋਸਟਲੀ ਇਹ HTML ਜਾਂ .html ਐਕਸਟੈਂਸ਼ਨ ਹੁੰਦੀ ਹੈ, ਇਸ ਦੀ .html ਨਾਲ .dhtml ਐਕਸਟੈਂਸ਼ਨ ਹੋ ਸਕਦੀ ਹੈ। ਵਿਦਆਊਟ ਯੂਜ਼ਿੰਗ ਸਕ੍ਰਿਪਟਸ ਤੇ ਸਟਾਈਲਸ ਹੁੰਦੇ ਹੈ। ਇਸ ਦੇ ਵਿੱਚ ਆਪਾਂ CSS ਤੇ ਜਾਵਾ ਸਕ੍ਰਿਪਟ ਯੂਜ਼ ਕਰਦੇ ਹਾਂ ਕੀ ਕ੍ਰੀਏਟ ਕਰਨ ਲਈ, DHTML ਪੇਜ ਕਰਨ ਦੇ ਲਈ। ਇਸ ਦੇ ਵਿੱਚ ਕੋਈ ਡੇਟਾਬੇਸ ਕਨੈਕਟੀਵਿਟੀ ਨਹੀਂ ਹੁੰਦੀ, ਕਿਉਂਕਿ ਡੇਟਾਬੇਸ ਨਹੀਂ ਹੁੰਦੀ। ਇਸ ਦੇ ਵਿੱਚ ਕਨੈਕਟੀਵਿਟੀ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ, ਬਟ ਵੀ ਕੈਨ ਯੂਜ਼ ਡੇਟਾਬੇਸ ਫॉर द फर्दर इन्हांसमेंट ऑफ द पेज। अगर आप पेज ਨੂੰ ਫਰਦਰ ਇਨਹਾਂਸ ਕਰਨਾ, ਹੋਰ ਇੰਟਰੈਕਟਿਵ ਬਣਾਉਣਾ ਹੈ, ਤਾਂ ਸਾਨੂੰ ਡੇਟਾਬੇਸ ਦੀ ਜ਼ਰੂਰਤ ਪੈ ਸਕਦੀ ਹੈ, ਠੀਕ ਹੈ। ਇਸ ਦੇ ਵਿੱਚ ਸਾਨੂੰ HTML ਦੇ ਵਿੱਚ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਇਸ ਦੀ, ਜੇ ਆਪਾਂ ਗੱਲ ਕਰੀਏ ਡੇਟਾਬੇਸ ਦੀ। CSS means cascade style sheets. It describes how HTML elements are to be displayed on screen, paper or other media, ठीक है ना। भी अपने वैब पेज पे ਜਿਹੜੇ ਆਪਣੇ ਐਲੀਮੈਂਟਸ ਹੈ HTML ਦੇ, ਉਹ ਕਿਵੇਂ ਨਜ਼ਰ ਆਣੇ ਹੈ, ਉਹ ਆਪਣੇ ਕਿਹਦੇ ਨਾਲ ਆਪਾਂ ਐਕਸਪਲੇਨ ਕਰਦੇ ਹਾਂ, ਜਾਂ ਕਿਹਦੇ ਵਿੱਚ ਕਰਦੇ ਹਾਂ ਆਪਾਂ, ਉਹ ਕਰਦੇ ਹਾਂ ਆਪਾਂ CSS ਦੇ ਵਿੱਚ ਆਪਾਂ ਉਸ ਨੂੰ ਦੇਖ ਸਕਦੇ ਹਾਂ। ਮਤਲਬ CSS 'ਚ ਆਪਾਂ ਉਹਨੂੰ ਸੈੱਟ ਕਰ ਸਕਦੇ ਹਾਂ ਵੀ ਜਿਹੜਾ ਸਾਡਾ ਪੇਜ ਹੈ, ਵੈਬ ਪੇਜ ਹੈ, ਉਹ ਕਿਸ ਤਰੀਕੇ ਦਾ ਨਜ਼ਰ ਆਵੇ, ਕਿਹੜਾ ਟੈਗ ਕਿਸ ਤਰੀਕੇ ਦਾ ਨਜ਼ਰ ਆਵੇ। ਦੈਨ ਇਸ ਦੇ ਵਿੱਚ ਕੀ ਹੈ, ਜਿਵੇਂ ਆਪਾਂ ਗੱਲ ਕੀਤੀ ਸੀ ਵੀ ਨਹੀਂ ਤਾਂ ਸਾਨੂੰ, ਆਪਾਂ ਐਗਜ਼ਾਮਪਲ ਕੀਤੀ ਸੀ ਵੀ ਬਾਰ-ਬਾਰ ਸਾਨੂੰ ਫੌਂਟ ਟੈਗ ਲਗਾਉਣਾ ਪੈਣਾ ਹੈ ਆਪਾਂ ਕੁਛ ਉਸ ਨੂੰ ਐਕਸਪਲੇਨ ਕਰਨ ਦੇ ਲਈ। ਬਟ ਇਸ ਦੇ ਵਿੱਚ ਕੀ ਆਪਾਂ ਇੱਕ ਵਾਰ CSS ਕ੍ਰੀਏਟ ਕਰਕੇ ਉਸ ਨੂੰ ਬਾਰ-ਬਾਰ ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ ਨਾ। ਬਾਰ-ਬਾਰ ਆਪਾਂ ਉਸ ਨੂੰ ਆਪਾਂ ਵਰਤ ਸਕਦੇ ਹਾਂ, ਤਾਂ ਜੋ ਵੀ ਜਦੋਂ ਸਾਨੂੰ ਲੋੜ ਹੈ ਆਪਣਾ ਉਹੀ ਵਰਕ ਦੁਬਾਰਾ ਚੱਲੀ ਜਾਵੇ। ਪਹਿਲਾਂ ਆਪਾਂ ਇਸ ਦੀ ਐਗਜ਼ਾਮਪਲ ਕਰਕੇ ਦੇਖਦੇ ਹਾਂ। ਐਕਸਟਰਨਲ ਸਟਾਈਲ ਸ਼ੀਟਸ ਵੀ ਕ੍ਰੀਏਟ ਕੀਤੀਆਂ ਜਾ ਸਕਦੀਆਂ ਤੇ ਇੰਟਰਨਲ ਵੀ ਕੀਤੀਆਂ ਜਾ ਸਕਦੀਆਂ। CSS ਜਿਹੜੀਆਂ ਫਾਈਲਸ ਹੈ ਉਹ ਦੋ ਤਰ੍ਹਾਂ ਦੀਆਂ ਹੋ ਸਕਦੀਆਂ। ਇੰਟਰਨਲ ਮਤਲਬ ਵਿਦਿਨ ਦਾ ਸੇਮ ਵੈਬ ਪੇਜ ਹੀ ਚੱਲੂਗੀ। ਐਕਸਟਰਨਲ ਮਤਲਬ ਆਪਾਂ ਇੱਕ ਸ਼ੀਟ ਬਣਾ ਕੇ, ਇੱਕ ਸਟਾਈਲ ਬਣਾ ਕੇ ਉਸਨੂੰ ਇੱਕ ਤੋਂ ਜ਼ਿਆਦਾ ਪੇਜਿਸ ਤੇ ਯੂਜ਼ ਕਰ ਸਕਦੇ ਹਾਂ, ਠੀਕ ਹੈ। ਪਹਿਲਾਂ ਆਪਾਂ ਇੰਟਰਨਲ ਦੀ ਆਪ ਛੋਟੀ ਜਿਹੀ ਐਗਜ਼ਾਮਪਲ ਕਰਕੇ ਦੇਖਦੇ ਹਾਂ। ਪਹਿਲਾਂ ਤਾਂ CSS ਮਤਲਬ ਕਾਸਕੇਡ ਸਟਾਈਲ ਸ਼ੀਟਸ। ਲਾਈਕ ਆਪਾਂ ਐਗਜ਼ਾਮਪਲ ਬਣਾਉਂਦੇ ਹਾਂ ਪਹਿਲਾਂ ਇੱਕ ਛੋਟੀ ਜਿਹੀ। ਸਪੋਜ਼ ਜਿਵੇਂ ਮੇਰੀ ਆਪਣੀ ਰਿਕੁਆਇਰਮੈਂਟ ਹੈ H1 hello H1 biodata H2 H1 India H1 H2 Punjab H2 close H1 ਪਟਿਆਲਾ H1 close। ਇਸ ਨੂੰ ਰਨ ਕਰਦੇ ਪ੍ਰੋਗਰਾਮ ਨੂੰ। ਇੰਨੇ ਨੂੰ ਪਹਿਲਾਂ ਆਪਾਂ ਇੱਕ ਵਾਰ ਠੀਕ ਹੈ। ਹੈਲੋ ਬਾਇਓਡਾਟਾ, ਇਹ ਹੈਲੋ ਇੰਡੀਆ ਪਟਿਆਲਾ ਆਪਣਾ H1 ਹੈ। ਬਾਇਓਡਾਟਾ ਤੇ ਪੰਜਾਬ ਕੀ ਆਪਣਾ, ਜੇ ਆਪਾਂ ਗੱਲ ਕਰੀਏ ਆਪਣਾ ਕੀ ਹੈ H2 ਹੈ। ਹੁਣ ਮੇਰੀ ਰਿਕੁਆਇਰਮੈਂਟ ਹੈ ਵੀ ਜਿਹੜੇ H1 ਹੈ ਉਹ ਕਿਹਦੇ 'ਚ ਹੋਣ, ਰੈੱਡ ਕਲਰ 'ਚ ਹੋਣ। ਮੈਂ ਕੀ ਲਿਖੂੰਗਾ, ਕਲਰ is equal to red, font tag close।
हर बार मैं फोंट स्टार्ट करूँगा, फोंट नूं की करूँगा, क्लोज करूँगा। सिमिलरली जी मेरी रिक्वायरमेंट है भी जोड़ा मेरा H2 फोंट है, सॉरी हैडिंग है, उस दे विच मैं करना ग्रीन कलर। ये करते हैं, ठीक है। जोड़ा H1 है वो की हो गया रेड, जोड़ा H2 है वो की हो गया अपना ग्रीन। ਹੁਣ ਆਪਾਂ ਜਿਵੇਂ ਗੱਲ ਕਰ ਰਹੇ ਸੀ ਵੀ ਹੁਣ ਜਿੱਥੇ ਜਿੱਥੇ ਮੈਂ H1 ਯੂਜ਼ ਕਰਨਾ ਹੈ ਉੱਥੇ ਮੈਨੂੰ ਬਾਰ-ਬਾਰ ਇਹ ਚੀਜ਼ ਧਿਆਨ ਦੇਣਾ ਪੈਣਾ ਹੈ ਵੀ ਕਿੱਥੇ ਕਿਹਦਾ ਕਲਰ ਰੈੱਡ ਹੈ, ਫਿਰ ਉਹਨੂੰ ਮੈਨੂੰ ਫੌਂਟ ਨੂੰ ਉਹਨੂੰ ਮੈਂ ਫੌਂਟ ਨੂੰ ਕਲੋਜ਼ ਕਰਾਂ ਹਰੇਕ ਟੈਗ ਨੂੰ। ਇਹ ਵੀ ਚਾਂਸਿਸ ਹੈ ਵੀ ਹੋ ਸਕਦਾ ਮੈਂ ਕਿਤੇ ਭੁੱਲ ਵੀ ਜਾਵਾਂ ਉਹਨੂੰ ਸਟਾਰਟ ਕਰਨਾ ਹੈ ਜਾਂ ਉਹਨੂੰ ਐਂਡ ਕਰਨਾ ਹੈ ਕਿਸੇ ਨੂੰ। ਇਹਦਾ ਰਿਪਲੇਸਮੈਂਟ ਕੀ ਹੈ ਵੀ ਆਪਾਂ ਸਟਾਈਲ ਸ਼ੀਟਸ ਯੂਜ਼ ਕਰ ਲਈਏ, CSS ਯੂਜ਼ ਕਰੀਏ, ਠੀਕ ਹੈ। ਉਹਦੇ ਲਈ ਕੀ ਹੈ ਆਪਾਂ ਹੈਡ ਸੈਕਸ਼ਨ ਦੇ ਵਿੱਚ ਇਹ ਟੈਗ ਬੇਸਡ ਵੀ ਹੋ ਸਕਦਾ ਹੈ, ਮਤਲਬ ਇੱਕ ਟੈਗ ਦੇ ਅੰਦਰ ਵੀ ਆਪਾਂ ਸਟਾਈਲ ਲਗਾ ਸਕਦੇ ਹਾਂ, ਉਹ ਆਪਾਂ ਬਾਅਦ ਚੋਂ ਕਰਾਂਗੇ। ਸਟਾਈਲ ਸ਼ੁਰੂ ਕੀਤਾ ਹੈ, ਸਟਾਈਲ ਕਲੋਜ਼ ਕੀਤਾ ਹੈ। ਹੈਡ ਦੇ ਵਿੱਚ ਮੈਂ ਇੱਕ ਸਿੰਪਲ ਲਿਖਤਾ ਹੈ ਵੀ ਜਿਹੜਾ H1 ਹੈ ਉਸ ਦਾ ਕਲਰ ਕੀ ਹੋ ਜੇ, ਮੇਰਾ ਉਸ ਦਾ ਕਲਰ ਹੋ ਜੇ ਰੈਡ। ਜਿਹੜਾ H1 ਹੈ ਉਸ ਦਾ ਕਲਰ ਕੀ ਹੋ ਜੇ ਰੈਡ, ਜਿਹੜਾ H2 ਹੈ ਉਸ ਦਾ ਕਲਰ ਕੀ ਹੋ ਜੇ ग्रीन। सैमीकोलन जरूर लिखना है। आप एक तो ज़्यादा प्रॉपर्टीज इत्थे लिख सकते हैं, ठीक है ना। अलाइन वगैरह करना है, जो भी करना है हर एक तो बाद सैमीकोलन लगाना है। सिमिलरली आप बॉडी का देना है, बॉडी का भी अगे बना लें, पर फिलहाल आप इतना करके देखते हैं। हुण मैं एक स्टाइल बना लिया कि जिथे H1 है वह कलर की हो जाए रैड, जिथे H2 है वह कलर की हो जाए ग्रीन, ठीक है। आप चेंज कर लें एक बार कलर भी आउटपुट पर डिस्प्ले हो गए हो। सेव इस जगह आप एग्जीक्यूट किया है। जोड़ा H1 है वो की हो गया रैड, जोड़ा H2 है वो की ब्लू हो गया। मैनू लगे भी H1 मैनू ग्रीन चाहिए, मैं इसे ग्रीन कर दूंगा, एक जगह से चेंज करूँगा। अगर स्टाइल ना बनाया होंदा फिर प्रॉब्लम की आनी सी, मैनू हरेक जगह जिथे फॉन्ट टैग लगाया मैनू सारे किते उसनू चेंज करना पैना। ये एक सिंपल एग्जाम्पल है CSS की कास्केड स्टाइल शीट्स, ठीक है ना। भी आप ਜਿਹੜੀਆਂ CSS ਆਪਾਂ अलग तो भी क्रिएट करांगे, ठीक है ना। भी अगले वीडियोज़ ਦੇ ਵਿੱਚ ਵੀ उसनू एक्सटर्नल फाइल ਦੇ ਵਿੱਚ क्रिएट ਕੀਤਾ ਜਾਂ ਜ਼ਿਆਦਾ ਕੰਪਲੀਕੇਟਿਡ ਬਣਾਵਾਂਗੇ, ਪਰ ਫਿਲਹਾਲ ਜਿਹੜੀ ਉਹਦੀ ਵਰਕਿੰਗ ਸਮਝਣ ਦੇ ਲਈ ਉਹ ਕੱਲਾ ਇੰਨਾ ਕਿ ਹੀ ਯਾਦ ਰੱਖਣਾ ਹੈ ਵੀ ਜਿਹੜਾ ਆਪਣਾ ਸਟਾਈਲ ਸ਼ੀਟ ਹੈ ਜਾਂ ਜਿਹੜਾ ਆਪਣਾ ਆਪਾਂ ਗੱਲ ਕਰ ਰਹੇ ਹਾਂ CSS ਦੇ ਵਿੱਚ, नहीं तो सानू हरेक जगह बार बार स्टाइल लिखन फॉन्ट टैग लगा के ਉਹਦੀ चेंजिस करनियां पैणियां। ਹੁਣ ਆਪਾਂ ਕੀ ਕਰਾਂਗੇ, ਇੱਕ ਵਾਰ ਲਿਖਿਆ ਉਸਨੂੰ ਉਹਨੂੰ ਬਾਰ ਬਾਰ ਆਪਾਂ ਯੂਜ਼ ਕਰ ਰਹੇ ਹਾਂ। ਕਦੀ ਸਾਨੂੰ ਹੋ ਸਕਦਾ ਸਾਨੂੰ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਪੈਂਦੀ ਹੈ, ਮੈਨੂੰ ਹਰੇਕ ਜਗ੍ਹਾ ਚੇਂਜ ਕਰਨ ਦੀ ਜ਼ਰੂਰਤ ਨਹੀਂ। ਮੈਂ ਸਿੰਪਲੀ ਸਟਾਈਲ ਸ਼ੀਟ ਦੇ ਵਿੱਚ ਜਾਂ ਸਟਾਈਲ ਟੈਗ ਦੇ ਵਿੱਚ ਚੇਂਜ ਕਰ ਦੂੰਗਾ, ਉਹ ਆਪਣੇ ਆਪ ਹੀ ਸਾਰੇ ਕਿਤੇ ਆਪਣਾ ਉਹ ਚੀਜ਼ ਚੇਂਜ ਹੋ ਜਾਊ, ਠੀਕ ਹੈ ਨਾ। ਇਹ ਕੀ ਆਪਣੇ CSS ਦੀ ਇੱਕ ਸਿੰਪਲ ਜੀ ਐਗਜ਼ਾਮਪਲ ਹੈ ਜਿਹੜਾ ਆਪਾਂ CSS ਦੀ ਗੱਲ ਕਰ ਰਹੇ ਹਾਂ भी CSS की चीज़ है, ठीक है ना। जिवें आपां कीता बॉडी बैकग्राउंड कलर आपां देता दिस H1 देता दिस टेक्स्ट अलाइन सेंटर, हर एक तो बाद सैमीकोलन लगाना कंपलसरी है, ठीक है ना। जिवें इत्थे भी सैमीकोलन लगाया, इत्थे भी हर एक उसदे वर्क तो बाद भी H1 इस तरीके दा जिहड़ा पैराग्राफ टैग उसदा फॉन्ट फेस आप जिहड़ा स्टाइल है ये लिखता है, साइज उसका ये लिखता है। हुण जिथे पैराग्राफ टैग यूज होगा उत्थे ऑटोमैटिकली ये चीज़ां साडियां चलणगियां। सिमिलरली आप कलर भी दे सकते हैं, भी कलर उसदे विच ग्रीन येलो ब्लू या जो भी होवे, ठीक है ना। सैमीकोलन जरूर लगाना है। इस दे नाल की हुण साडे वैब पेज दे विच जिथे भी पैराग्राफ टैग आऊगा उस दे विच ये चीज़ां अपने आप बैंड हो जाएंगी। जावास्क्रिप्ट की है DHTML दे विच जिहड़ा नैक्सट कंपोनेंट आपां यूज करते हैं। जावास्क्रिप्ट की है HTML दे विच आपां की लगाना है, HTML दे विच आपां सिंपली लॉजिक्स इंप्लीमेंट करते हैं विद द हेल्प ऑफ जावास्क्रिप्ट। डॉक्यूमेंट डॉट राइट ये बेसिकली तुसी कंपेयर कर सकते हैं जिवें C दे विच आपां printf यूज करते हैं ते C++ दे विच cout यूज करते हैं, ਉਹਦੀ जगह आपां जावास्क्रिप्ट दे विच की यूज करांगे डॉक्यूमेंट डॉट राइट। इसनूं लिखण दा वे की है, स्क्रिप्ट टैग शुरू करांगे, स्क्रिप्ट टैग क्लोज करांगे,
ठीक है। टाइप टेक्स्ट स्लैश जावास्क्रिप्ट डॉक्यूमेंट डॉट राइट हैलो जावा ਜਾਂ ਜੋ ਵੀ ਆਪਣਾ ਲਿਖਣਾ ਹੈ, ਠੀਕ ਹੈ ਨਾ। ਇਹ ਜੋ ਆਪਣੀ ਨੋਟਸ ਹੈ ਉਹ ਜਾਵਾ ਟੀ ਪੁਆਇੰਟ ਤੇ ਤੁਸੀਂ ਇਸ ਸਾਈਟ ਨੂੰ ਯੂਜ਼ ਕਰ ਸਕਦੇ। ਮੈਂ ਸ਼ੁਰੂ 'ਚ ਮੈਂਸ਼ਨ ਵੀ ਕੀਤਾ ਹੋਇਆ, ਠੀਕ ਹੈ, ਵੀ ਇਸ ਦੀ ਹੈਲਪ ਤੁਸੀਂ ਇਸ ਪੁਆਇੰਟ ਤੋਂ ਇਸ ਵੈਬਸਾਈਟ ਤੋਂ ਲੈ ਸਕਦੇ ਆ, ਠੀਕ ਹੈ। ਕਾਫੀ ਵਧੀਆ ਨੋਟਸ ਹੈ ਇਸ ਵੈਬਸਾਈਟ ਤੇ। ਹੁਣ ਸਕ੍ਰਿਪਟ ਟੈਗ ਸ਼ੁਰੂ ਹੋਊਗੀ ਦੈਨ ਕਲੋਜ਼ ਹੋਊਗੀ। ਉਸ ਦੇ ਵਿੱਚ ਆਪਾਂ ਉਸ ਨੂੰ ਇੱਕ ਐਗਜ਼ਾਮਪਲ ਇਸ ਦੇ ਵੀ ਕਰਕੇ ਦੇਖ ਲੈਂਦੇ ਹਾਂ, ਥੋੜੀ ਜਿਹੀ ਛੋਟੀ ਜਿਹੀ ਐਗਜ਼ਾਮਪਲ। ਵੀ ਆਪਾਂ ਸਭ ਤੋਂ ਪਹਿਲਾਂ ਕੀ ਲਗਾਉਣਾ ਹੈ, ਸਕ੍ਰਿਪਟ ਟੈਗ ਲਗਾਉਣਾ ਹੈ, ਠੀਕ ਹੈ ਨਾ। ਦੇਖਦੇ ਹਾਂ ਸ਼ਾਇਦ ਹਾਂ HTML script type is equal to text slash javascript document dot write hello java hello DHTML। ਹੁਣ ਜਿਹੜੀ ਇਹ ਆਊਟਪੁੱਟ ਹੈ ਇਹ ਕਿਹਦੇ ਥਰੂ ਆਈ ਹੈ, ਆਪਣੀ ਜਾਵਾਸਕ੍ਰਿਪਟ ਦੇ ਥਰੂ ਆਈ ਹੈ। ਇਨਸਟੈਡ ਆਫ ਸਿੰਪਲ HTML ਦੇ ਵਿੱਚ ਆਪਾਂ ਪੈਰਾਗ੍ਰਾਫ ਨਹੀਂ ਲਿਖਿਆ, ਮੈਂ ਕੀ ਲਿਖਿਆ, ਆਪਾਂ ਕੀ ਲਿਖਿਆ, ਡਾਕੂਮੈਂਟ ਡਾਟ ਰਾਈਟ ਹੈਲੋ DHTML। ਇਸ ਨੂੰ ਥੋੜਾ ਜਿਹਾ ਆਪਾਂ ਹੋਰ ਦੇਖੀਏ, ਅਗਰ ਮੈਂ ਇਸ ਦੇ ਵਿੱਚ HTML ਟੈਗ ਵੀ ਯੂਜ਼ ਕਰਨਾ ਮੈਂ ਉਹ ਵੀ ਕਰ ਸਕਦਾ। ਲਾਈਕ ਮੈਂ ਇੱਥੇ ਲਿਖਤਾ ਹੈ ਇਹ ਬੋਲਡ ਟੈਗ ਦੇ ਵਿੱਚ ਆਪਾਂ ਸਪੋਜ਼ ਆਪਾਂ ਲਿਖ ਦਈਏ ਬਾਈ, ਠੀਕ ਹੈ। ਆਈ ਦੇ ਵਿੱਚ ਇੱਕ ਆਈ ਟੈਗ ਵੀ ਲਿਖ ਲਿਆ ਇੰਡੀਆ, ਉਹ ਆਪਾਂ ਇਸ ਤਰੀਕੇ ਟੈਗ ਯੂਜ਼ ਕਰ ਸਕਦੇ ਹਾਂ। ਜਿਹੜਾ ਆਪਣਾ ਡਾਕੂਮੈਂਟ ਡਾਟ ਰਾਈਟ ਦੇ ਵਿੱਚ ਆਪਾਂ HTML ਨੂੰ ਅਮੈਂਡ ਡਾਇਰੈਕਟਲੀ ਕਰ ਸਕਦੇ ਹਾਂ। ਅਮੈਂਡ ਮਤਲਬ ਆਪਾਂ ਵਿੱਚ ਉਸ ਨੂੰ ਜੋੜ ਰਹੇ ਹਾਂ, ਜਿਹੜੀ ਜਿਵੇਂ HTML ਦੇ ਵਿੱਚ ਜਾਵਾਸਕ੍ਰਿਪਟ ਅਮੈਂਡ ਹੋ ਗਈ ਉਸੇ ਤਰੀਕੇ ਜਾਵਾਸਕ੍ਰਿਪਟ ਦੇ ਵਿੱਚ ਆਪਾਂ HTML ਨੂੰ ਵੀ ਯੂਜ਼ ਕਰ ਸਕਦੇ ਹਾਂ। ਉਹਦੇ ਲਿਖਣ ਦੇ ਲਈ ਸਾਨੂੰ ਆਪਾਂ ਨੂੰ ਕੀ ਲਿਖਣਾ ਪੈਣਾ ਹੈ, ਆਪਾਂ ਨੂੰ ਡਾਕੂਮੈਂਟ ਡਾਟ ਰਾਈਟ ਦੇ ਅੰਦਰ ਟੈਗ ਆਪਾਂ ਲਿਖ ਸਕਦੇ ਹਾਂ, ਠੀਕ ਹੈ ਨਾ। ਆਪਸ਼ਨਲ ਹੈ, ਜ਼ਰੂਰੀ ਨਹੀਂ ਹੈ, ਬਟ ਵੀ ਕੈਨ। ਹੁਣ ਗੱਲ ਆ ਗਈ ਲੌਜਿਕ ਦੀ, ਵੀ ਲੌਜਿਕ ਕਿਵੇਂ ਲਗਾ ਸਕਦੇ ਹਾਂ ਆਪਾਂ। ਵੀ ਜਿਹੜੇ ਆਪਣੇ ਸਿੰਪਲ ਜੇ ਆਪਾਂ ਐਗਜ਼ਾਮਪਲ ਦੀ ਗੱਲ ਕਰਦੇ ਹਾਂ, ਵੀ ਜਿਹੜਾ ਜਾਵਾਸਕ੍ਰਿਪਟ 'ਚ ਆਪਾਂ ਗੱਲ ਕੀਤੀ ਵੀ ਆਪਾਂ ਲੌਜਿਕਸ ਇੰਪਲੀਮੈਂਟ ਕਰ ਸਕਦੇ ਹਾਂ ਜਿਹੜੀ ਆਪਾਂ HTML ਦੇ ਵਿੱਚ ਨਹੀਂ ਕਰਦੇ, ਠੀਕ ਹੈ। ਵੀ ਆਪਾਂ HTML ਦੇ ਵਿੱਚ ਨਹੀਂ ਕਰ ਸਕਦੇ, ਉਹ ਆਪਾਂ ਜਿਹੜੀ ਜਾਵਾਸਕ੍ਰਿਪਟ ਹੈ ਇਹਦੇ ਵਿੱਚ ਕਰ ਸਕਦੇ ਹਾਂ। ਲੌਜਿਕ ਦਾ ਮਤਲਬ ਕੀ ਹੈ, ਪਹਿਲੀ ਗੱਲ ਤਾਂ ਲੌਜਿਕ ਦਾ ਮਤਲਬ ਜਿਵੇਂ ਆਪਾਂ ਹੁਣੀ ਗੱਲ ਕੀਤੀ ਸੀ, ਸਿੰਪਲ ਸਮਝਣ ਦੇ ਲਈ ਤੁਸੀਂ ਇੰਨੀ ਕੁ ਗੱਲ ਹੀ ਯਾਦ ਰੱਖੋ ਵੀ ਜਿਵੇਂ ਇਫ ਐਲਸ ਫੋਰ ਵਾਈਲ ਡੂ ਵਾਈਲ ਹੈ, ਇਹ ਸਾਰੇ ਕੀ ਹੈ, ਸਾਡੇ ਲੌਜਿਕਸ ਹੈ। ਸਾਡੇ ਲੌਜਿਕਸ ਕ੍ਰੀਏਟ ਕਰਦੇ ਹਾਂ ਆਪਾਂ, ਇਹਨਾਂ ਦੇ ਨਾਲ ਸਾਡੀ ਫਾਰਮੂਲੇ ਕ੍ਰੀਏਟ ਕਰਦੇ ਹਾਂ। ਆਪਾਂ ਸਿੰਪਲ ਐਗਜ਼ਾਮਪਲ ਦੇਖਦੇ ਹਾਂ, ਐਡੀਸ਼ਨ ਆਫ 2 ਨੰਬਰ। ਐਡੀਸ਼ਨ ਆਫ 2 ਨੰਬਰ ਦੇ ਹੁਣ ਆਪਾਂ ਨੂੰ ਕੀ ਕਰਾਂਗੇ, ਵੇਰੀਏਬਲ ਕ੍ਰੀਏਟ ਕਰਨੇ ਪਊਗੇ। ਲਾਈਕ a is equal to 10 where b is equal to 20 where c is equal to a plus b document dot write c, ठीक है। document dot write c, ਆਨਸਰ ਕੀ ਆ ਗਿਆ 30। ਆਪਾਂ ਨੂੰ ਨੈਕਸਟ ਲਾਈਨ ਦੇ ਵਿੱਚ ਚਾਹੀਦਾ, ਆਪਾਂ ਇਹਦੇ ਅੰਦਰ ਲਿਖਣਾ br, ਬਾਹਰ ਨਹੀਂ, ਇੱਥੇ ਨਹੀਂ ਲਿਖ ਸਕਦੇ ਹੁਣ ਆਪਾਂ, ਕਿਉਂਕਿ ਹੁਣ ਅਗਰ ਮੈਂ ਕਹਾਂ ਮੈਂ ਇੱਥੇ br ਲਿਖਦਾ ਉਹ ਗਲਤ ਹੈ, ਕਿਉਂਕਿ ਹੁਣ ਮੈਂ ਆਪਾਂ ਕਿਹਦੇ ਅੰਦਰ ਵਰਕ ਕਰ ਰਹੇ ਹਾਂ, ਸਕ੍ਰਿਪਟ ਟੈਗ ਦੇ ਅੰਦਰ ਵਰਕ ਕਰ ਰਹੇ ਹਾਂ। ਸਕ੍ਰਿਪਟ ਟੈਗ ਮਤਲਬ ਹੁਣ ਆਪਾਂ ਜਾਵਾਸਕ੍ਰਿਪਟ ਦੇ ਵਿੱਚ ਕਰ ਰਹੇ ਹਾਂ। ਅਗਰ ਆਪਾਂ ਸਿੰਪਲ ਕੱਲਾ br ਲਿਖਣਾ ਹੈ ਤਾਂ ਆਪਾਂ ਡਾਕੂਮੈਂਟ ਡਾਟ ਰਾਈਟ ਲਿਖ ਕੇ ਲਿਖ ਸਕਦੇ ਹਾਂ ਇਸ ਤਰੀਕੇ ਡਬਲ ਕੋਟਸ ਦੇ ਵਿੱਚ, ਨਾਲੇ ਡਾਕੂਮੈਂਟ ਡਾਟ ਰਾਈਟ, ਠੀਕ ਹੈ। ਯੈਸ 30 ਕੀ ਹੈ ਸਾਡਾ ਆਨਸਰ ਆਇਆ। ਹੁਣ ਹੋਰ ਆਪਾਂ ਥੋੜੇ ਇੰਪਲੀਮੈਂਟ ਕਰੀਏ, ਇਫ a greater than b document dot write a is greater else document dot write b is greater। ਇੱਕ ਲੌਜਿਕ ਹੋਰ ਆਪਾਂ ਐਡ ਕਰ ਲਿਆ ਇਸ ਦੇ ਵਿੱਚ, br ਟੈਗ ਲਗਾਵਾਂਗੇ ਤਾਂ ਕਿ ਸਾਡਾ ਆਨਸਰ ਨੈਕਸਟ ਲਾਈਨ ਦੇ ਵਿੱਚ ਆਵੇ। ਉਸ ਦੇ ਵਿੱਚ ਵੀ ਲਗਾ ਸਕਦੇ ਹਾਂ, ਬਾਹਰ ਵੀ ਕਰਲੀ ਬ੍ਰੇਸਿਸ ਵਗੈਰਾ ਆਪਾਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਵੀ ਲਗਾ ਸਕਦੇ ਹਾਂ। ਇਸ ਨੂੰ ਆਪਾਂ ਸੇਵ ਕੀਤਾ, ਰਨ ਕੀਤਾ, ਆਨਸਰ ਕੀ ਆ ਗਿਆ b is greater because b is 20।
ठीक है ना। ए नूं आपां लिख दिए 30, सेव करिए, एग्जीक्यूट किया, ए इज ग्रेटर, सम कितना हो गया साडा 50, बाकी अपना लॉजिक यही है, ठीक है ना। ये की अपनी सिंपल जावास्क्रिप्ट की एग्जांपल, ठीक है ना, जी बेसिक एग्जांपल है अपनी किस दी, जावास्क्रिप्ट। जावास्क्रिप्ट के नाल आपां लॉजिक्स इंप्लीमेंट कर सकते हैं। जावास्क्रिप्ट हैड पार्ट च भी हो सकता है, बॉडी पार्ट च भी हो सकता है, ठीक है ना। प्लस सोर्स के नाल आपां एक्सटर्नल स्क्रिप्टिंग जिहड़ियां फाइल्स है वो भी आपां बेंड कर सकते हैं। डॉम इज ए डॉकूमेंट ऑब्जेक्ट मॉडल, ठीक है ना। हुण ये की है, जिवें आपां गल कीती सी डॉम जिहड़ी साडा वैब पेज है, HTML साडा डॉकूमेंट हो सकता है, ऑब्जेक्ट जिहड़े उसदे टैग्स है वो सारे की उसदे ऑब्जेक्ट है, मॉडल है उसका स्ट्रक्चर। हुण जिहड़ा डॉम है वो कि डॉम की हैल्प के नाल, जिवें सिंपल आप एग्जांपल समझते हैं, जिवें C++ दे विच आपां लिखते हैं रैक्टेंगल का ऑब्जेक्ट क्रिएट किया एक्स, आपां लिखते हैं x डॉट लेंथ, x डॉट ब्रेडथ, ठीक है ना। ये भी एक मॉडल है भी आप डॉट के नाल उहदियां प्रॉपर्टीज असेस करते हैं, वही वे आप यूज करते हैं डॉम दे विच भी, डॉट लगा के आप उहदियां प्रॉपर्टीज असेस करते हैं, ठीक है ना, जिहड़ियां आप जावास्क्रिप्ट जां CSS दे विच आप यूज कर सकते हैं। हुण डॉम की है, डॉम कैन व्यूड एज ए ट्री और फॉरेस्ट, बेसिकली आप ट्री की गल ही करिए, ठीक है ना, आप फॉरेस्ट छोड़ दिए। जिहड़ा डॉम है वो की एक स्ट्रक्चर है, इसका ट्री टाइप स्ट्रक्चर है। फॉरेस्ट का मतलब होंदा है भी एक तो ज़्यादा ट्री भी हो सकते हैं, ठीक है ना, इस करके टर्म फॉरेस्ट यूज की है। भी जरूरी नहीं भी एक पेज के एक ही स्ट्रक्चर बनया हो सकता एक तो ज़्यादा स्ट्रक्चर बने हो, इस करके अपन उत्थे वर्ड फॉरेस्ट भी यूज किया है, मोर देन वन ट्री भी हो सकते हैं। जिहड़ा स्ट्रक्चर है, इस स्ट्रक्चर नूं ट्री दे फॉर्म च आपां एक्सप्लेन किया जाता, ट्री की फॉर्म च आपां उसनूं बनाने हैं। जिवें सब तो उत्ते हुंदा विंडो, विंडो तो बाद आ गया साडा डॉकूमेंट, मतलब जिहड़ा HTML है उसदे विच साडे फॉर्म हो सकते हैं, लिंक्स हो सकते हैं, ठीक है ना। दैन फॉर्म के अंदर की हो सकता है, साडा टैक्सट एरिया हो सकता है, चैक बॉक्सिस हो सकते हैं, रेडियोज हो सकते हैं, सिलेक्ट हो सकते हैं, रीसैट हो सकता है, बटन हो सकता है, सबमिट हो सकता है, जिहड़ा आपां लास्ट एग्जांपल च कीतियां भी सी। सिलेक्ट के अंदर फरदर एक टैग आ जाता, ऑप्शन हो सकता है, जिवें आपां गल कीती सी टेबल है, टेबल के अंदर TR TH TD, ठीक है ना। ये अलग तरह के उसके आपां गल कर रहे हैं टैग्स की, बट इस जगह पर जिहड़े आपां उसनूं प्रॉपर्टीज चेंज करन दे यूज़ करते हैं, वो बेसिकली आपां यही करते हैं। जिवें कोई बटन लगा लिया, टैक्सट फील्ड लगा लिया, जां एरिया लगा लिया, इस स्ट्रक्चर नूं आपां ट्री टाइप स्ट्रक्चर बोलते हैं, ठीक है। जिहड़ा सब तो उपरला हुंदा है, सब तो हायर लैवल की है अपना, सब तो हायर लैवल किहड़ा हुंदा अपना, विंडो ऑब्जेक्ट हमेशा की हुंदा टॉप ते हुंदा। डॉकूमेंट ऑब्जेक्ट मतलब जिहड़ा साडा HTML डॉकूमेंट है, पहला साडी कंप्यूटर चलिया, यानी कि जब कि ब्राउज़र चलिया, उस तो बाद साडा HTML पेज होया। HTML तो बाद आंदे जिवें साडा फॉर्म टैग, फॉर्म के अंदर की हो सकते हैं, फॉर्म के अंदर साडे की हो सकते हैं, एलीमेंट्स हो सकते हैं। किस तरह के एलीमेंट्स, जिवें टैक्सट फील्ड, बटन, रेडियो बटन, चैक बॉक्सिस एक्सैक्ट्रा। सिमिलरली अपने लिंक्स क्रिएट किए जा सकते हैं, ठीक है। यह की है बेसिकली आप एक्सप्लेन किया है कि जिहड़ा डॉम है वो अपने आप कोई चीज़ नहीं है, वो कल्ला एक मॉडल है, एक स्ट्रक्चर है साडे HTML पेज नूं व्यू करन दा। भी साडा HTML पेज इस तरक्की दा अंदर स्टोर हुंदा साडे ब्राउज़र दे विच। जदों कंप्यूटर ने जावास्क्रिप्ट जां CSS यूज़ करनी है, वो ये डॉम के थ्रू ही करदा भी कित्थे किहड़ी चीज़ पई है, ठीक है। नैक्सट लैक्चरस दे विच आपां उसनूं एक्सप्लेन करांगे। अज आपां केवल इन्ना ही करते हैं। इस वीडियो दे विच अगर कोई भी प्रॉब्लम हुई तो उन्होंने तुसीं कमेंट दे विच पुछ सकते हैं, ठीक है ना।